ਗਿਆਨੀ ਤੈਬਰ ਸਿੰਘ ਜੀ ਠਾਠ ਨਾਨਕਸਰ ਬੜੈਂਚ ਉਹ ਆਪ ਸੰਗਤਾਂ ਨੂੰ ਕਥਾ ਦੁਆਰਾ ਨਿਹਾਲ ਕਰਨਗੇ। ਸੋ ਉਸ ਤੋਂ ਉਪਰੰਤ ਸਮਾਪਤੀ ਹੋ ਜਾਏਗੀ। ਸੋ ਇਸੇ ਤਰ੍ਹਾਂ ਹੀ ਆਪ ਸੰਗਤਾਂ ਨੇ ਸਤਿਗੁਰੂ ਜੀ ਦੇ ਪਾਵਨ ਚਰਨਾਂ ਦੇ ਵਿੱਚ ਬੈਠੇ ਰਹਿਣ ਦੀ, ਸਜੇ ਰਹਿਣ ਦੀ ਖੇਚਲਾ ਕਿਰਪਾਲਤਾ ਕਰਨੀ ਆ। ਜਿਹੜੇ ਬੱਚੇ ਪਿੱਛੇ ਖੇਡਦੇ ਫਿਰਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਟਿਕ ਕੇ ਬੈਠਣ ਦੀ ਕਿਰਪਾਲਤਾ ਕਰੋ। ਜਿਹੜੇ ਸੇਵਾਦਾਰ ਪਿੱਛੇ ਬੈਠੇ ਹੋ ਉਹਨਾਂ ਨੂੰ ਬੇਨਤੀ ਹੈ ਉਹ ਬੱਚਿਆਂ ਨੂੰ ਟਿਕਾ ਕੇ ਬਿਠਾਉਣ ਦੀ ਖੇਚਲਾ ਕਿਰਪਾਲਤਾ ਕਰੋ ਜੀ। ਸੋ ਆਓ ਤਕਰੀਬਨ 9:30 ਵਜੇ ਤੱਕ ਆਪਾਂ ਗਿਆਨੀ ਤੈਬਰ ਸਿੰਘ ਜੀ ਠਾਠ ਬੜੈਂਚ ਨਾਨਕਸਰ ਉਹਨਾਂ ਪਾਸੋਂ ਕਥਾ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਸਾਰੀ ਸੰਗਤ ਨਾਲ ਸਿਮਰਨ ਕਰਨ ਦੀ ਕਿਰਪਾਲਤਾ ਕਰੋ। ਵਾਹਿਗੁਰੂ 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 ਵਾਹਿਗੁਰੂ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਨਾਮੇ ਊ ਸ਼ਾਹੇ ਨਾਨਕ ਹਕ ਕੇਸ਼, ਕੇ ਨਿਆਇਦ ਚੁਨੂ ਦਿਗਰ ਦਰਵੇਸ਼। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਫਤਿਹ ਨਾਲ ਪਾਈਏ ਸਾਂਝ ਤੇ ਗੁਰੂ ਨਾਨਕ ਅੱਗੇ ਸੀਸ ਝੁਕਾ ਕੇ ਉਹਨਾਂ ਦੇ ਕੋਲੋਂ ਰਹਿਮਤ ਦੇ ਪਾਤਰ ਬਣੀਏ ਤੇ ਆਪਣੇ ਆਪ ਨੂੰ ਰੂਹਾਨੀਅਤ ਦੇ ਤੌਰ ਤੇ ਜਰਖੇਜੀਅਤ ਆਪਣੇ ਆਪ ਨੂੰ ਪਰਪੱਕ ਕਰੀਏ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਮੇ ਊ ਸਾਹੇ ਨਾਨਕ ਹਕ ਕੇਸ਼, ਕੇ ਨਿਆਇਦ ਚੁਨੂ ਦਿਗਰ ਦਰਵੇਸ਼। My Guru Nanak is spiritual and divine enlightenment. Nobody could be existed like Guru Nanak. ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਕਹਿੰਦੇ ਨੇ ਗੁਰੂ ਨਾਨਕ ਕੌਣ ਸਨ? ਗੁਰੂ ਨਾਨਕ ਉਸ ਸੱਚ ਰੂਪੀ ਨਿਰੰਕਾਰ ਦਾ ਸਾਖਸ਼ਾਤ ਸਰੂਪ ਸਨ। ਗੁਰੂ ਨਾਨਕ ਕੌਣ ਸਨ? ਗੁਰੂ ਨਾਨਕ ਆਪ ਪ੍ਰਤੱਖ ਸਰਗੁਣ ਸਰੂਪ ਦੇ ਵਿੱਚ ਨਿਰੰਕਾਰ ਇਸ ਧਰਤੀ ਦੇ ਉੱਤੇ ਆਏ ਸੀ। ਤੇ ਭਾਈ ਸਾਹਿਬ ਅੱਗੇ ਕਹਿੰਦੇ ਨੇ ਉਹਨਾਂ ਵਰਗਾ ਨਾ ਕੋਈ ਪੈਦਾ ਹੋਇਆ ਤੇ ਨਾ ਹੀ ਉਹਨਾਂ ਵਰਗਾ ਕੋਈ ਹੋ ਸਕਦਾ ਹੈ। ਜਦੋਂ ਭੱਟ ਮਥੁਰਾ ਜੀ ਗੁਰੂ ਅਰਜਨ ਸੱਚੇ ਪਾਤਸ਼ਾਹ ਦੇ ਬਾਰੇ ਜ਼ਿਕਰ ਕਰਦੇ ਨੇ ਤੇ ਭੱਟ ਮਥੁਰਾ ਜੀ ਗੁਰੂ ਅਰਜਨ ਸੱਚੇ ਪਾਤਸ਼ਾਹ ਬਾਰੇ ਇਹੀ ਜ਼ਿਕਰ ਕਰਦੇ ਨੇ, ਕਹਿੰਦੇ ਮੈਨੂੰ ਕੋਈ ਭੁਲੇਖਾ ਨਹੀਂ, ਮੈਨੂੰ ਅਕੀਦਾ ਹੈ, ਮੇਰੇ ਅੰਦਰ ਇਤਨਾ ਭਰੋਸਾ ਤੇ ਸਿਦਕ ਹੈ ਕਿ ਗੁਰੂ ਅਰਜਨ ਸੱਚੇ ਪਾਤਸ਼ਾਹ ਪ੍ਰਤੱਖ ਹਰ ਨੇ, ਉਸ ਨਿਰੰਕਾਰ ਦਾ ਪ੍ਰਤੱਖ ਸਰੂਪ ਨੇ। ਤੇ ਉਹੀ ਪ੍ਰਤੱਖ ਪਰਮਾਤਮਾ ਨਿਰੰਕਾਰ ਦਾ ਸਰੂਪ ਧੰਨ ਧੰਨ ਸ੍ਰੀ ਗੁਰੂ ਅਰਜਨ ਸੱਚੇ ਪਾਤਸ਼ਾਹ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਪਰਥਾਏ ਇਲਾਹੀ ਇਲਫਾਜ਼ ਉਚਾਰਨ ਕਰਦੇ ਨੇ ਤੇ ਪਤਾ ਕੀ ਕਹਿੰਦੇ ਨੇ? ਕਹਿੰਦੇ ਨੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ
ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। I don't know anything. I don't know anything about the yog meditation. But I know one thing and I claim one thing. My Guru Nanak is supreme in the universe. मैं ਇੱਕੋ ਗੱਲ ਜਾਣਦਾ ਕਿ ਮੈਂ ਦੁਨੀਆ ਦੇ ਗਿਆਨਾਂ ਨੂੰ, ਦੁਨੀਆ ਦੇ ਇਲਮਾਂ ਨੂੰ ਨਹੀਂ ਜਾਣਦਾ। ਮੈਂ ਇੱਕ ਗੱਲ ਜਾਣਦਾ, ਮੇਰੇ ਗੁਰੂ ਨਾਨਕ ਦੀ ਸ਼ਖਸੀਅਤ ਇਸ ਜਹਾਨ, ਇਸ ਬ੍ਰਹਿਮੰਡ ਦੀ, ਇਸ ਕਾਇਨਾਤ ਦੇ ਵਿੱਚ ਸਭ ਤੋਂ ਉੱਚੀ ਹੈ। ਉਹਦੇ ਵਰਗੀ ਕੋਈ ਸ਼ਖਸੀਅਤ ਨਹੀਂ ਹੋ ਸਕਦੀ। ਬਾਬਾ ਆਨੰਦ ਸਿੰਘ ਜੀ ਮਹਾਰਾਜ ਰੋਮ ਰੋਮ ਕਰਕੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਕਰਦੇ ਸੀ। ਉਹਨਾਂ ਦੇ ਰੋਮ ਰੋਮ ਦੇ ਵਿੱਚੋਂ ਧੰਨ ਗੁਰੂ ਨਾਨਕ ਨਿਕਲਦਾ ਸੀ। ਕਿਉਂਕਿ ਜਦੋਂ ਅਸੀਂ ਮਹਾਂਪੁਰਖਾਂ ਦਾ ਜੀਵਨ ਬਾਚਦੇ ਹਾਂ, ਉਹਨਾਂ ਦੇ ਜੀਵਨ ਦੇ ਵਿੱਚੋਂ ਕੁਝ ਸੇਧ ਹਾਸਲ ਕਰਦੇ ਹਾਂ, ਤੇ ਸਾਨੂੰ ਪਤਾ ਲੱਗਦਾ ਕਿ ਮੇਰੇ ਮੁਰਸ਼ਦ ਦੀ ਅਜ਼ਮਤ ਕੀ ਹੈ। ਕਿਉਂਕਿ ਭਾਈ ਸਾਹਿਬ ਕਹਿੰਦੇ ਨੇ, ਮੁਰਸ਼ਦੇ ਕਾਮਿਲ ਹਮਰਾ ਰਾਹ ਆਰਜੂ, ਗੈਰ ਮੁਰਸ਼ਿਦ ਕਸ ਨਾ ਜਾਵਤ ਰਹਿ ਬਦੂ। ਐ ਨੰਦ ਲਾਲ, ਮੇਰੇ ਕੋਲ ਮੇਰਾ ਕਾਮਲ, ਮੇਰਾ ਪੂਰਾ ਗੁਰੂ ਹੈ, ਜੀ ਤੋਂ ਬਿਨਾ ਮੇਰੀ ਜ਼ਿੰਦਗੀ ਅਧੂਰੀ ਹੈ, ਤੇ ਗੁਰੂ ਤੋਂ ਬਿਨਾ ਮੈਂ ਜ਼ਿੰਦਗੀ ਦਾ ਪਾਰ ਉਤਾਰਾ ਨਹੀਂ ਕਰ ਸਕਦਾ। ਭਾਗਾਂ ਵਾਲਿਓ, ਅਸੀਂ ਉਸ ਗੁਰੂ ਦੇ ਸਿੱਖ ਹਾਂ, ਉਸ ਗੁਰੂ ਦੇ ਬੱਚੇ ਹਾਂ, ਜਿਸ ਗੁਰੂ ਵਰਗਾ, ਜਿਸ ਦਰ ਵਰਗਾ ਕੋਈ ਦਰ ਨਹੀਂ ਹੈ। ਇਸ ਕਰਕੇ ਸਾਡੇ ਅੰਦਰ ਇਹ ਅਕੀਦਾ, ਸਾਡੇ ਅੰਦਰ ਇਹ ਐਤਵਾਰ, ਸਾਡੇ ਅੰਦਰ ਇਹ ਭਰੋਸਾ ਹੋਣਾ ਚਾਹੀਦਾ ਹੈ। ਕਿਤਨਾ ਕੁ ਭਰੋਸਾ, ਜਿਤਨਾ ਕੁ ਭਰੋਸਾ ਬਾਬਾ ਆਨੰਦ ਸਿੰਘ ਜੀ, ਬਾਬਾ ਈਸਰ ਸਿੰਘ ਜੀ ਮਹਾਰਾਜ ਨੂੰ ਗੁਰੂ ਨਾਨਕ ਤੇ ਸੀ। ਗਲ ਵਿੱਚ ਪੱਲਾ ਪਾਇਆ, ਬਾਬਾ ਜਵੰਦ ਸਿੰਘ ਜੀ ਨੂੰ ਨਾਲ ਸੰਗਤ ਵਿੱਚ ਲਿਆ, ਤੇ ਗਲ ਵਿੱਚ ਪੱਲਾ ਪਾ ਕੇ ਕਹਿੰਦੇ, ਮੈਨੂੰ ਮੇਰੇ ਗੁਰੂ ਨਾਨਕ ਤੇ ਭਰੋਸਾ, ਮੈਂ ਆਪਣੇ ਗੁਰੂ ਨਾਨਕ ਦੇ ਦਰਸ਼ਨ ਦੀਦਾਰ ਕਰਨੇ ਨੇ। ਕਈ ਦਿਨ ਬੀਤ ਗਏ, ਪਰ ਗੱਲ ਸੀ ਭਰੋਸੇ ਦੀ, ਗੱਲ ਸੀ ਵਿਸ਼ਵਾਸ ਦੀ, ਤੇ ਵਿਸ਼ਵਾਸ ਨੇ ਗੁਰੂ ਨਾਨਕ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪ੍ਰਗਟ ਕਰ ਦਿੱਤਾ। ਬਾਬਾ ਈਸਰ ਸਿੰਘ ਜੀ ਬਚਨ ਕਰਿਆ ਕਰਦੇ ਸੀ, ਸ਼ਾਂਤੀ ਕਿੱਥੋਂ ਮਿਲਦੀ ਹੈ? ਸ਼ਾਂਤੀ ਕਿੱਥੋਂ ਮਿਲਦੀ ਹੈ? ਸ਼ਾਂਤੀ ਤਾਂ ਵਿਸ਼ਵਾਸ ਵਿੱਚੋਂ ਮਿਲਦੀ ਹੈ ਨਾ। ਤੇ ਵਿਸ਼ਵਾਸ ਕਿੱਥੋਂ ਮਿਲਦਾ? ਗੁਰੂ ਦੇ ਬਚਨਾਂ ਦੇ ਉੱਤੇ। ਜੇਕਰ ਭਾਗਾਂ ਵਾਲਿਓ, ਗੁਰੂ ਪਿਆਰਿਓ, ਜੇਕਰ ਗੁਰੂ ਦੇ ਬਚਨਾਂ ਦੇ ਉੱਤੇ ਤੁਹਾਨੂੰ ਭਰੋਸਾ ਹੈ, ਤੇ ਉਹਨਾਂ ਬਚਨਾਂ ਦੇ ਵਿੱਚੋਂ ਗੁਰੂ ਨਾਨਕ ਨੇ ਤਰੁੱਠ ਕੇ ਤੁਹਾਡੀ ਝੋਲੀ ਭਰ ਦੇਣੀ ਹੈ। ਭਾਈ ਸਾਹਿਬ, ਭਾਈ ਗੁਰਦਾਸ ਜੀ ਐਵੇਂ ਨਹੀਂ ਕਹਿੰਦੇ ਵੀ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਭਾਗਾਂ ਵਾਲਿਓ, ਗੁਰੂ ਨਾਨਕ ਦੇ ਦਰ ਦੇ ਉੱਤੇ, ਗੁਰੂ ਨਾਨਕ ਦੇ ਚਰਨਾਂ ਦੇ ਉੱਤੇ ਭਰੋਸਾ ਕਰਕੇ ਦੇਖਿਓ, ਤੁਹਾਡੀ ਜ਼ਿੰਦਗੀ ਦੇ ਦੁੱਖਾਂ ਦੇ ਗਵਾਰ, ਤੁਹਾਡੀ ਜ਼ਿੰਦਗੀ ਦੇ ਵਿੱਚੋਂ ਗਰੀਬੀ ਦੇ ਗਵਾਰ, ਤੁਹਾਡੀ ਜ਼ਿੰਦਗੀ ਦੇ ਵਿੱਚੋਂ ਮੁਸ਼ਕਲਾਂ ਦੇ ਗਵਾਰ ਗੁਰੂ ਨਾਨਕ ਨੇ ਇੱਕ ਚੁਟਕੀ ਦੇ ਵਿੱਚ ਖਤਮ ਕਰ ਦਿੰਦੇ ਆ। ਗੱਲ ਭਰੋਸੇ ਦੀ ਹੈ। ਜੋ ਅੱਜ ਹਨੇਰੀ ਚੱਲਦੀ ਪਈ ਹੈ, ਜੋ ਅੱਜ ਸਮਾਂ ਚੱਲਦਾ ਪਿਆ, ਐਸਾ ਹੈ ਕਿ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਗੁਰੂ ਨੂੰ ਮੱਤਾਂ ਦੇਣ ਵਾਲਾ ਸਮਾਂ ਹੋ ਗਿਆ। ਸੰਗਤ ਗੁਰੂ ਦੀ, ਪਰ ਗੁਰੂ ਦੀ ਮੱਤ ਗੁਰੂ ਨੂੰ ਦਿੱਤੀ ਜਾ ਰਹੀ ਹੈ। ਪੰਜਾਂ ਪਿਆਰਿਆਂ ਨੇ ਗੁਰੂ ਦੇ ਬਚਨ ਦੇ ਉੱਤੇ ਵਿਸ਼ਵਾਸ ਕੀਤਾ, ਤੇ ਪੰਜ ਪਿਆਰੇ ਬਣ ਗਏ। ਬਾਬਾ ਆਨੰਦ ਸਿੰਘ ਜੀ, ਬਾਬਾ ਈਸਰ ਸਿੰਘ ਜੀ ਨੇ ਗੁਰੂ ਦੇ ਬਚਨ ਤੇ ਭਰੋਸਾ ਕੀਤਾ। ਅੱਜ ਸਾਰੀ ਦੁਨੀਆ ਨੂੰ ਉਹਨਾਂ ਦੇ ਬਚਨ, ਉਹਨਾਂ ਦੀ ਕਮਾਈ ਤਾਰ ਰਹੀ ਹੈ। ਅੱਜ ਅਸੀਂ ਵੀ ਉਹਨਾਂ ਦੇ ਪਰਿਵਾਰ ਦਾ ਹਿੱਸਾ ਹੀ ਬੈਠੇ ਹਾਂ ਸਾਰੇ ਜਾਣੇ। ਐਸਾ ਹੈ ਮੇਰੇ ਗੁਰੂ ਦਾ ਦਰ। ਤੇ ਕਈ ਵਾਰੀ ਸਮਾਗਮਾਂ ਦੇ ਵਿੱਚ ਦੂਰ ਨੇੜੇ ਗੁਰੂ ਦੀ ਪਿਆਰੀ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ। ਤੇ ਕਈ ਵਾਰੀ ਕੋਈ ਸੰਗਤ ਪਿਆਰ ਵਿੱਚ ਭਿੱਜ ਕੇ ਪੁੱਛਦੀ ਆ, ਬਾਬਾ ਜੀ, ਗਿਆਨੀ ਜੀ, ਘਰਾਂ 'ਚ ਦੁੱਖ ਤਕਲੀਫ ਹੈ, ਸਾਡੇ ਪੰਜਾਬ ਦੀ ਬੜੀ ਮਾੜੀ ਹਾਲਤ ਹੋ ਗਈ, ਅਸੀਂ ਪੰਜਾਬ ਸਾਡਾ ਬੜਾ ਤਰਸਯੋਗ ਹਾਲਤ ਵਿੱਚੋਂ ਨਿਕਲ ਰਿਹਾ, ਇਹਦਾ ਕੀ ਕਾਰਨ ਹੈ? ਤੇ ਇੱਕੋ ਬਚਨ ਗੁਰੂ ਦੇ ਭਰੋਸੇ ਉੱਤੇ ਰੱਖ ਕੇ ਕਹਿੰਦੇ ਆ ਕਿ ਸਾਡੇ ਪੰਜਾਬ ਨੇ, ਸਾਡੀ ਸਿੱਖ ਕੌਮ ਨੇ ਗੁਰੂ ਨਾਨਕ ਦਾ ਪੱਲਾ ਛੱਡ ਦਿੱਤਾ। ਜੇ ਅਸੀਂ ਚਾਹੁੰਦੇ ਆ ਨਾ ਭਾਗਾਂ ਵਾਲਿਓ ਕਿ ਸਾਡਾ ਪੰਜਾਬ ਆਬਾਦ ਹੋ ਜਾਏ, ਅਸੀਂ ਚਾਹੁੰਦੇ ਆ ਸਾਡੇ ਪੰਜਾਬ ਵਿੱਚ ਫਿਰ ਤੋਂ ਉਹ ਗੁਲਜ਼ਾਰ, ਉਹ ਗੁਲਸ਼ਨ ਮਹਿਕਣ, ਤਾਂ ਗੁਰੂ ਨਾਨਕ ਦੇ ਪੱਲੇ ਨੂੰ ਘੁੱਟ ਕੇ ਫੜ ਲਈਏ।
ਜਦੋਂ ਗੁਰੂ ਨਾਨਕ ਦਾ ਪੱਲਾ ਘੁੱਟ ਕੇ ਫੜ ਲਿਆ, ਗੁਰੂ ਨਾਨਕ ਦੇ ਦਰ ਵਰਗਾ ਕੋਈ ਦਰ ਨਹੀਂ, ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਵਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਮੈਂ ਸਾਰੇ ਦਰਵਾਜ਼ੇ ਢੂੰਡ ਕੇ ਵੇਖ ਲਿਆ, ਦਰਮਾਂਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੈ ਖੋਲ ਕੇ ਬੈਠ। ਸੱਚੇ ਪਾਤਸ਼ਾਹ ਤਰਸ ਕਰ, ਤਰਸ ਕਰ। ਅਸੀਂ ਵੀ ਅਰਦਾਸ ਕਰੀਏ ਭਾਈ ਲਾਲੋ ਵਾਂਗੂ, ਸੱਚੇ ਪਾਤਸ਼ਾਹ ਜਿਵੇਂ ਤੂੰ ਭਾਈ ਲਾਲੋ ਦੇ ਘਰ ਵਿੱਚ ਚਰਨ ਪਾ ਕੇ ਭਾਈ ਲਾਲੋ ਦਾ ਜੀਵਨ ਸਵਾਰ ਦਿੱਤਾ, ਭਾਈ ਲਾਲੋ ਨੂੰ ਜੁਗਾਂ ਜੁਗੰਤਰ ਤੱਕ ਅਮਰ ਕਰ ਦਿੱਤਾ, ਸੱਚੇ ਪਾਤਸ਼ਾਹ ਸਾਡੇ ਤੇ ਵੀ ਤਰਸ ਕਰਕੇ ਸਾਡੇ ਹਿਰਦੇ ਦੇ ਵਿੱਚ ਆਪਣੀ ਬਾਣੀ ਦਾ ਪ੍ਰਕਾਸ਼ ਕਰ, ਮੇਰੇ ਜੀਵਨ ਦੇ ਵਿੱਚ ਆਪਣਾ ਪ੍ਰਕਾਸ਼ ਕਰ। ਮੇਰੇ ਸਵਾਸ ਸਵਾਸ ਵਿੱਚੋਂ ਗੁਰੂ ਨਾਨਕ, ਮੇਰੇ ਜ਼ਿੰਦਗੀ ਦੇ ਹਰ ਪੱਖ ਦੇ ਵਿੱਚੋਂ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਦੀ ਆਵਾਜ਼ ਆਵੇ। ਕਿਉਂਕਿ ਜਦੋਂ ਅਸੀਂ ਗੁਰੂ ਨਾਨਕ ਦਾ ਦਰਵਾਜ਼ਾ ਛੱਡ ਕੇ ਹੋਰ ਪਾਸੇ ਜਾਂਦੇ ਹਾਂ ਤੇ ਭਾਈ ਸਾਹਿਬ ਕਹਿੰਦੇ ਨੇ, ਆ ਹਜੂਮੇ ਵੱਧ ਕੇ ਸ਼ੈਤਾਨੀ ਬਬਦ, ਆਕ ਬਾਦ ਅਜਬੈ ਪਸ਼ੇਮਾਨੀ ਬਬਦ। ਜੇਕਰ ਮੈਂ ਗੁਰੂ ਨਾਨਕ ਦਾ ਦਰਵਾਜ਼ਾ ਛੱਡ ਕੇ ਕਿਸੇ ਹੋਰ ਦਰਵਾਜ਼ੇ ਤੇ ਜਾਣਾ, ਮੇਰੇ ਪੱਲੇ ਪਛਤਾਵਾ ਹੀ ਪਛਤਾਵਾ ਪੈਂਦਾ ਹੈ। ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛਤਾਈਏ। ਭਾਗਾ ਵਾਲਿਓ, ਗੁਰੂ ਨਾਨਕ ਦਾ ਦਰਵਾਜ਼ਾ ਛੱਡ ਕੇ ਜਿੱਥੇ ਵੀ ਜਾਵਾਂਗੇ, ਸਾਡਾ ਹਾਲ ਉਸ ਆਵਾਰਾ ਕੁੱਤੇ ਵਾਲਾ ਹੋ ਜਾਣਾ ਹੈ। ਆਪਾਂ ਮਨ 'ਚ ਯਕੀਨ ਕਰਕੇ ਜਾਣੀਏ, ਸਾਡੇ ਘਰਾਂ ਦੇ ਵਿੱਚ ਪਾਲਤੂ ਜਾਨਵਰ ਪਾਲਦੇ ਆ, ਕੁੱਤੇ ਪਾਲਦੇ ਆ। ਜਿਹੜਾ ਆਵਾਰਾ ਕੁੱਤਾ ਹੈ ਨਾ, ਉਹ ਵਿਚਾਰਾ ਬਿਮਾਰ ਵੀ ਹੋ ਜੇ, ਉਹਨੂੰ ਕੋਈ ਪੁੱਛਦਾ ਨਹੀਂ। ਕਈ ਦਿਨਾਂ ਤੋਂ ਉਹਨੂੰ ਕਿਸੇ ਨੇ ਪ੍ਰਸ਼ਾਦਾ ਨਹੀਂ ਪਾਇਆ, ਉਹਨੂੰ ਕੋਈ ਪੁੱਛਦਾ ਨਹੀਂ। ਉਹਨੂੰ ਗਰਮੀ ਲੱਗਦੀ ਆ, ਸਰਦੀ ਲੱਗਦੀ ਆ, ਉਹਨੂੰ ਕੋਈ ਪੁੱਛਦਾ ਨਹੀਂ। ਜੇਕਰ ਕਿਸੇ ਦਾ ਪਾਲਤੂ ਕੁੱਤਾ ਹੋਵੇ, ਪਾਲਤੂ ਕੁੱਕਰ ਹੋਵੇ, ਉਹ ਬਿਮਾਰ ਹੋ ਜੇ ਤੇ ਮਾਲਕ ਡਾਕਟਰ ਦਾ ਪ੍ਰਬੰਧ ਕਰਦਾ ਹੈ, ਉਸ ਕੁੱਕਰ ਨੂੰ ਚੰਗੀ ਖੁਰਾਕ ਦਿੰਦਾ ਹੈ। ਭਾਗਾਂ ਵਾਲਿਓ, ਜੇਕਰ ਅਸੀਂ ਵੀ ਆਪਣੇ ਗਲ 'ਚ ਗੁਰੂ ਨਾਨਕ ਦੇ ਘਰ ਦਾ, ਗੁਰੂ ਨਾਨਕ ਦੇ ਨਾਮ ਦਾ ਪਟਾ ਪਾਲਾਂਗੇ, ਦੁੱਖ ਆਏਗਾ, ਗੁਰੂ ਨਾਨਕ ਬਾਂਹ ਫੜ ਕੇ ਦੁੱਖ ਨੂੰ ਦੂਰ ਪਹੁੰਚਾ ਦੇਗਾ। ਕਲੇਸ਼ ਆਏਗਾ, ਗੁਰੂ ਨਾਨਕ ਕਲੇਸ਼ ਦੂਰ ਕਰ ਦੇਗਾ। ਕਿਉਂਕਿ ਤਾਤੀ ਬਾਉ ਨ ਲਗਈ, ਪਾਰ ਬ੍ਰਹਮ ਸ਼ਰਨਾਈ, ਗੁਰ ਪਰਮੇਸ਼ਰ ਏਕੋ ਜਾਣ। ਮੇਰਾ ਗੁਰੂ ਨਾਨਕ ਤੇ ਨਿਰੰਕਾਰ ਇੱਕੋ ਹੀ ਸਰੂਪ ਹੈ। ਗੱਲ ਹੈ ਭਰੋਸੇ ਦੀ, ਗੱਲ ਹੈ ਯਕੀਨ ਦੀ। ਅੱਜ ਸਾਡਾ ਯਕੀਨ ਗੁਰੂ ਨਾਨਕ ਦੇ ਚਰਨਾਂ ਤੋਂ ਉੱਠਿਆ ਤੇ ਸਾਡੇ ਘਰਾਂ 'ਚ ਦੁੱਖਾਂ ਨੇ ਜਨਮ ਲੈ ਲਿਆ। ਸਾਡੀ ਕਿੱਡੀ ਵੱਡੀ ਕਿਸਮਤ ਹੈ। ਇਸ ਨਗਰ ਦੇ ਵਿੱਚ ਬਾਬਾ ਕਮਲਜੀਤ ਸਿੰਘ ਜੀ, ਬਾਬਾ ਅਮਰਜੀਤ ਸਿੰਘ ਜੀ, ਬਹੁਤ ਵੱਡੀ ਕਿਰਪਾ ਹੈ ਤੁਹਾਡੇ ਨਗਰ ਤੇ, ਤੁਹਾਡੇ ਇਲਾਕੇ ਦੇ ਵਿੱਚ। ਕਿਉਂਕਿ ਜਿਹੜਾ ਇਹ ਸਾਡਾ ਇਲਾਕਾ ਹੈ, ਬਾਬਾ ਆਨੰਦ ਸਿੰਘ ਜੀ, ਬਾਬਾ ਈਸਰ ਸਿੰਘ ਜੀ ਨੇ ਗੁਰੂ ਨਾਨਕ ਦੇ ਬੂਟੇ, ਗੁਰੂ ਨਾਨਕ ਦੀ ਫਸਲ ਇਸ ਇਲਾਕੇ 'ਚ ਬੀਜੀ ਹੈ। ਅਸੀਂ ਬਹੁਤ ਕਿਸਮਤ ਵਾਲੇ ਹਾਂ। ਬਾਬਾ ਕਮਲਜੀਤ ਸਿੰਘ ਜੀ, ਬਾਬਾ ਅਮਰਜੀਤ ਸਿੰਘ ਜੀ ਵਿਸ਼ੇਸ਼ ਉਪਰਾਲਾ ਕਰਕੇ ਇਹ ਜਿਹੜੇ ਗੁਰਮਤਿ ਸਮਾਗਮ ਚੱਲ ਰਹੇ ਨੇ, ਗੁਰੂ ਨਾਨਕ ਸਾਹਿਬ, ਗੁਰੂ ਤੇਗ ਬਹਾਦਰ ਜੀ ਤੇ ਬਾਬਾ ਆਨੰਦ ਸਿੰਘ ਜੀ ਦੀ ਯਾਦ ਵਿੱਚ, ਇਹ ਬਹੁਤ ਵੱਡਾ ਉਪਰਾਲਾ ਹੈ। ਅਸੀਂ ਸ਼ਰਾਬਾਂ ਨਸ਼ਿਆਂ ਦੇ ਵਿੱਚ ਤਾਂ ਗੁਲਤਾਨ ਹੋ ਜਾਂਦੇ ਹਾਂ, ਦੋਸਤਾਂ ਮਿੱਤਰਾਂ ਨਾਲ ਬੈਠ ਕੇ ਨਸ਼ੇ ਤਾਂ ਕਰ ਲੈਂਦੇ ਆ, ਪਰ ਗੁਰੂ ਨਾਨਕ ਦੀ ਗੋਦ ਵਿੱਚ ਬੈਠਣ ਦਾ ਮੌਕਾ ਕਿਸੇ ਬਿਰਲੇ ਨੂੰ ਹੀ ਮਿਲਦਾ। ਭਾਗਾਂ ਵਾਲਿਓ, ਚੇਤੇ ਰੱਖਿਓ, ਤੁਹਾਡੇ ਨਗਰ ਵਿੱਚ, ਤੁਹਾਡੇ ਇਲਾਕੇ 'ਚ ਤੁਹਾਡੇ ਨਾਲੋਂ ਕੋਈ ਵੱਡਾ ਸਰਮਾਏਦਾਰ ਪੈਸੇ ਵਿੱਚ ਅਕੋਰਡਿੰਗ ਟੂ ਕੈਪੀਟਲ ਤੁਹਾਡੇ ਨਾਲੋਂ ਵੱਡਾ ਹੋਏਗਾ। ਤੁਹਾਡੇ ਨਾਲੋਂ ਸੋਸ਼ਲ ਰੈਪੂਟੇਸ਼ਨ ਵੀ ਵੱਡੀ ਹੋ ਸਕਦੀ ਹੈ, ਤੁਹਾਡੇ ਨਾਲੋਂ ਬਾਕੀ ਸਾਧਨ ਵੀ ਵੱਡੇ ਹੋ ਸਕਦੇ ਆ। ਪਰ ਸੱਚ ਜਾਣਿਓ, ਗੁਰੂ ਤੇ ਭਰੋਸਾ ਰੱਖ ਕੇ ਇੱਕ ਗੱਲ ਚੇਤੇ ਰੱਖਿਓ, ਦੁਨੀਆ ਭਾਵੇਂ ਤੁਹਾਡੇ ਤੋਂ ਜਿੱਡੀ ਮਰਜ਼ੀ ਵੱਡੀ ਹੋਵੇ, ਪਰ ਗੁਰੂ ਨਾਨਕ ਦੀ ਝੋਲੀ, ਗੁਰੂ ਨਾਨਕ ਦੀ ਗੋਦ ਵਿੱਚ ਹੁਣ ਬੈਠਣ ਦਾ ਸੁਭਾਗਾ ਸਮਾਂ ਤੁਹਾਨੂੰ ਮਿਲਿਆ।
ਤੁਹਾਡੇ ਵਰਗਾ ਕੋਈ ਲੱਕੀ, ਤੁਹਾਡੇ ਵਰਗਾ ਕੋਈ ਬੜਭਾਗਾ ਨਹੀਂ ਹੋ ਸਕਦਾ। ਬਿਨ ਭਾਗਾ ਸਤ ਸੰਗ ਨ ਲੱਭੇ, ਬਿਨ ਸੰਗਤ ਮੈਲ ਭਰੀਜੈ ਜੀਓ। ਤੇ ਗੁਰੂ ਨਾਨਕ ਦੀ ਝੋਲੀ ਵਿੱਚ ਬੈਠੇ ਆ, ਤੇ ਗੁਰੂ ਨਾਨਕ ਦੇ ਘਰ ਤੋਂ ਗੁਰੂ ਨਾਨਕ ਦੇ ਨਾਮ ਤੇ ਗੁਰੂ ਨਾਨਕ ਦੀ ਸਿੱਖੀ ਦੀ ਦਾਤ ਲੈ ਕੇ ਜਾਣੀ ਆ ਅਸੀਂ। ਗੁਰੂ ਨਾਨਕ ਕੋਲੋਂ ਆ ਕੇ ਗੁਰੂ ਨਾਨਕ ਨੂੰ ਹੀ ਮੰਗਣਾ ਅਸੀਂ। ਜਦੋਂ ਗੁਰੂ ਨਾਨਕ ਕੋਲੋਂ ਗੁਰੂ ਨਾਨਕ ਨੂੰ ਮੰਗਾਂਗੇ ਤੇ ਗੁਰੂ ਨਾਨਕ ਸਾਡੇ ਘਰ ਨੂੰ ਜੰਨਤ ਬਣਾ ਦੇਗਾ, ਸਾਡੀ ਜ਼ਿੰਦਗੀ ਨੂੰ ਸੁੱਖਾਂ ਦਾ ਸਾਧਨ ਬਣਾ ਦੇਗਾ। ਪਰ ਗੱਲ ਕੀ ਹੈ? ਗੱਲ ਸਾਨੂੰ ਭਰੋਸਾ ਕਰਨਾ ਪੈਣਾ, ਸਾਨੂੰ ਪਿਆਰ ਕਰਨਾ ਪੈਣਾ। ਬਾਬਾ ਆਨੰਦ ਸਿੰਘ ਜੀ ਮਹਾਰਾਜ ਜਦੋਂ ਸ਼ਾਮ ਨੂੰ ਸੋਦਰ ਦਾ ਪਾਠ ਹੋਇਆ ਕਰੇ, ਰਾਗੀ ਸੰਤ ਸੁਜਾਨ ਸਿੰਘ ਜੀ ਨੂੰ ਕੀਰਤਨ ਤੋਂ ਬਾਅਦ ਕਿਹਾ ਕਰਨ, ਰਾਗੀ ਜੀ ਤੁਸੀਂ ਮੱਖਣ ਸਾਹ ਲਵਾਣੇ ਵਾਲੀ ਸਾਖੀ ਸੁਣਾਓ। ਉਹਨਾਂ ਨੇ ਬੜੇ ਚਾਅ ਦੇ ਨਾਲ ਸੁਣਾਈ। ਦੂਜੇ ਦਿਨ ਫਿਰ ਕਿਹਾ ਕਿ ਉਹ ਸਾਖੀ ਸੁਣਾਓ। ਦੂਜੇ ਦਿਨ ਸੁਣਾਈ, ਤੀਜੇ ਦਿਨ ਸੁਣਾਈ, ਚੌਥੇ ਦਿਨ ਸੁਣਾਈ। ਤੇ ਬਾਬਾ ਸੁਜਾਨ ਸਿੰਘ ਜੀ ਹੱਥ ਜੋੜ ਕੇ ਕਹਿੰਦੇ, ਬਾਬਾ ਜੀ ਵੀ ਰੋਜ਼ ਇਹ ਸਾਖੀ ਤੁਸੀਂ ਕਿਉਂ ਸੁਣਦੇ ਹੋ? ਇਹਦਾ ਕੀ ਪ੍ਰਯੋਜਨ ਹੋ ਸਕਦਾ ਹੈ? ਤੇ ਬਾਬਾ ਜੀ ਕਹਿੰਦੇ ਸਾਡੇ ਅੰਦਰ ਵੀ ਮੱਖਣ ਸਾਹ ਲੁਬਾਣੇ ਵਾਂਗੂ ਭਾਵਨਾ ਆ ਜੇ, ਭਰੋਸਾ ਆ ਜੇ। ਜਿਵੇਂ ਮੱਖਣ ਸਾਹ ਲੁਬਾਣੇ ਨੇ ਅਰਦਾਸ ਕੀਤੀ ਸੀ ਕਿੱਡੇ ਭਰੋਸੇ ਤੇ ਕਿੱਡੇ ਅਕੀਦੇ ਦੇ ਨਾਲ ਕਿ ਉਹਦਾ ਬੇੜਾ ਪਾਰ ਕਰਨ ਦੀ ਖਾਤਰ ਗੁਰੂ ਨਾਨਕ ਦੀ 9ਵੀਂ ਜੋਤ ਗੁਰੂ ਤੇਗ ਬਹਾਦਰ ਆਪ ਮੋਢਾ ਲਾ ਕੇ ਉਹਦਾ ਬੇੜਾ ਪਾਰ ਕਰ ਗਏ। ਭਾਗਾਂ ਵਾਲਿਓ, ਸਾਡੇ ਅੰਦਰ ਵੀ ਇੰਨਾ ਕੁ ਗੁਰੂ ਨਾਨਕ ਦੇ ਪ੍ਰਤੀ ਭਰੋਸਾ ਪੈਦਾ ਹੋ ਜੇ ਕਿ ਗੁਰੂ ਨਾਨਕ ਆਪ ਖੜੇ ਹੋ ਕੇ ਤੁਹਾਨੂੰ ਕਹਿਣ ਕਿ ਆ ਪੁੱਤ ਵੇ, ਅੱਜ ਤੇਰੇ ਮਨ ਦੀ ਮੁਰਾਦ ਮੈਂ ਪੂਰੀ ਕਰਦਾ। ਐਡਾ ਭਰੋਸਾ ਤੇ ਐਡਾ ਪਿਆਰ ਹੋਵੇ ਸਾਡੇ ਅੰਦਰ। ਅਸੀਂ ਬਾਬਾ ਆਨੰਦ ਸਿੰਘ ਜੀ, ਬਾਬਾ ਈਸਰ ਸਿੰਘ ਜੀ ਦੀ ਵਰਗਾ ਕੌਣ ਹੋ ਸਕਦਾ ਹੈ, ਜਿਨ੍ਹਾਂ ਦਾ ਰੋਮ ਰੋਮ ਗੁਰੂ ਨਾਨਕ ਦੇ ਪਿਆਰ ਤੇ ਭਰੋਸੇ ਵਿੱਚ ਭਰਿਆ ਹੋਇਆ ਸੀ। ਅੱਜ 2 ਅੱਖਰ ਸਿੱਖ ਕੇ ਉਹਨਾਂ ਦੇ ਜੀਵਨ ਉੱਤੇ ਸਾਈਨ ਆਫ ਇੰਟਰੋਗੇਸ਼ਨ ਕਰਨ ਵਾਲੇ ਜਦੋਂ ਉਹਨਾਂ ਦੇ ਜੀਵਨ ਵੱਲ ਤੱਕਦੇ ਆ, ਤੇ ਮੈਂ ਕਹਿੰਦਾ ਵੀ ਅਸੀਂ ਚੰਗੇ ਆ, ਸਾਡੀ ਕਿਸਮਤ ਚੰਗੀ ਆ ਕਿ ਅਸੀਂ ਬਾਬਾ ਜੀ ਦੇ ਘਰ ਦੇ ਬੱਚੇ ਆ। ਇਹ ਗੱਲ ਸੱਚ ਜਾਣਿਓ, ਗੁਰੂ ਨਾਨਕ ਤੋਂ ਬਿਨਾ ਸਾਡੀ ਕਿਸੇ ਨੇ ਬਾਂਹ ਨਹੀਂ ਜੇ ਫੜਨੀ। ਗੁਰੂ ਨਾਨਕ ਤੇ ਭਰੋਸਾ ਰੱਖੋ, ਬਾਣੀ ਨਾਲ ਜੁੜੋ, ਨਿਤਨੇਮ ਦੇ ਨਾਲ ਜੁੜੋ। ਕਿਉਂਕਿ ਬਾਬਾ ਆਨੰਦ ਸਿੰਘ ਜੀ ਕਹਿੰਦੇ ਸੀ, ਜਦੋਂ ਸਿੱਖ ਪਰਮਾਤਮਾ ਦਾ ਨਾਮ ਜਪਦਾ ਹੈ, ਨਿਤਨੇਮ ਕਰਦਾ, ਇਹ ਸਿੱਖ ਦੀ ਅਸਲੀ ਪ੍ਰਾਪਰਟੀ, ਅਸਲੀ ਜਾਇਦਾਦ ਹੈ। ਇਸ ਕਰਕੇ ਭਾਗਾਂ ਵਾਲਿਓ, ਬਾਣੀ ਪੜ੍ਹੋ, ਨਾਮ ਸਿਮਰਨ ਕਰੋ। ਅਸਲੀ ਦੌਲਤ ਤਾਂ ਇਹੀ ਹੈ, ਬਾਕੀ ਤਾਂ ਅਸੀਂ ਸਾਰਾ ਕੁਝ ਛੱਡ ਹੀ ਜਾਣਾ ਹੈ। ਕਿਉਂਕਿ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਵੀ ਕਹਿੰਦੇ ਨੇ ਦੌਲਤੇ ਜਾਬੀਦ ਬਾਸ਼ਦ ਬੰਦਗੀ ਕੁਨ ਵੰਦਗੀ। ਭਾਗਾਂ ਵਾਲਿਓ, ਅਸਲੀ ਦੌਲਤ ਤਾਂ ਵਾਹਿਗੁਰੂ ਗੁਰੂ ਨਾਨਕ ਦਾ ਨਾਮ ਹੈ। ਇਹਨੂੰ ਕਮਾ ਲਓ। ਜਿੱਦਣ ਅਸੀਂ ਇਹ ਦੁਨੀਆ ਛੱਡ ਕੇ ਜਾਵਾਂਗੇ, ਉਸ ਦਿਨ ਵੀ ਇਹ ਦੌਲਤ ਨੇ ਤੁਹਾਡੇ ਨਾਲ ਜਾਣਾ। ਕਿਉਂਕਿ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਇਹ ਸਭ ਝੂਠ ਹੈ। ਸੱਚ ਕੀ ਹੈ? ਸੱਚ ਹੈ ਮੇਰਾ ਗੁਰੂ ਨਾਨਕ। ਤੇ ਫਿਰ ਸੱਚੇ ਦੇ ਨਾਲ ਯਾਰੀ ਪਾਈਏ, ਫਿਰ ਸੱਚੇ ਦੇ ਆਸ਼ਿਕ ਬਣ ਜਾਈਏ। ਜਦੋਂ ਸੱਚੇ ਦੇ ਆਸ਼ਿਕ ਬਣ ਗਏ, ਫਿਰ ਕੀ ਹੋਏਗਾ? ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਤੇ ਫਿਰ ਅਸੀਂ ਇਸ ਦੁਨੀਆ, ਇਸ ਸਾਡਾ ਲੋਕ ਵੀ ਸਹੇਲਾ ਤੇ ਪਰਲੋਕ ਵੀ ਸਹੇਲਾ, ਤੇ ਫਿਰ ਸਾਡਾ ਆਇਆ ਸਫਲ ਹੋ ਜਾਣਾ। ਬਹੁਤ ਬਹੁਤ ਧੰਨਵਾਦ। ਧੰਨ ਧੰਨ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਾਨ ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀ ਦਾ ਕੋਟਾਨ ਕੋਟਾਨ ਧੰਨਵਾਦ। ਬਾਬਾ ਕਮਲਜੀਤ ਸਿੰਘ ਜੀ, ਬਾਬਾ ਅਮਰਜੀਤ ਸਿੰਘ ਜੀ ਦਾ, ਜਿਨ੍ਹਾਂ ਦੇ ਇਹ ਵਿਸ਼ੇਸ਼ ਉਪਰਾਲੇ ਸਦਕਾ ਆਪ ਸੰਗਤ ਦੇ ਦਰਸ਼ਨ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਦਾਸ ਦੀਆਂ ਭੁੱਲਾਂ ਦਾਸ ਦੀ ਝੋਲੀ ਵਿੱਚ ਪਾ ਕੇ ਗੁਰਮਤ ਦੇ ਮੋਤੀ ਗ੍ਰਹਿਣ ਕਰਕੇ ਲੋਕ ਸੁਖੀਏ ਪਰਲੋਕ ਸਹੇਲੇ ਕਰੀਏ। ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ।
ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਸੰਗਤਾਂ ਨੇ ਗਿਆਨੀ ਤੈਬਰ ਸਿੰਘ ਜੀ ਠਾਠ ਨਾਨਕਸਰ ਬੜੈਂਚ ਵਾਲਿਆਂ ਪਾਸੋਂ ਕਥਾ ਸਰਵਣ ਕੀਤੀ ਹੈ, ਜੋ ਸਾਡੇ ਸਤਿਕਾਰਯੋਗ ਬਾਬਾ ਲਖਵੀਰ ਸਿੰਘ ਜੀ ਨਾਨਕਸਰ ਠਾਠ ਬੜੈਂਚ ਵਾਲਿਆਂ ਵੱਲੋਂ ਜਥਾ ਭੇਜਿਆ ਗਿਆ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਤੇ ਜੀਓ ਆਇਆਂ ਨੂੰ। ਸੋ ਇਹਨਾਂ ਦਾ ਸਨਮਾਨ ਸਾਡੇ ਸਤਿਕਾਰਯੋਗ ਮਹਾਂਪੁਰਖ ਬਾਬਾ ਅਮਰਜੀਤ ਸਿੰਘ ਜੀ ਗੁਰਦੁਆਰਾ ਗੋਪਾਲਸਰ ਸਾਹਿਬ ਵਾਲਿਆਂ ਵੱਲੋਂ ਕੀਤਾ ਜਾਏਗਾ। ਸੋ ਬੇਨਤੀ ਹੈ ਗਿਆਨੀ ਤੈਬਰ ਸਿੰਘ ਜੀ ਆਪਣਾ ਸਨਮਾਨ ਲੈਣ ਦੀ ਕਿਰਪਾਲਤਾ ਕਰਨ ਜੀ। ਬੋਲੇ ਸੋ ਨਿਹਾਲ। ਸੋ ਆਪ